ਸੋ ਹੁਣ ਜਦੋਂ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਆ, ਬੇਅਦਬੀਆਂ ਦੇ ਦੋਸ਼ ਲੱਗਦੇ ਨੇ। ਬੜੀ ਵਾਰ ਇਹ ਕਹਿ ਦਿੱਤਾ ਜਾਂਦਾ ਵੀ ਉਹ ਡੀਜੀਪੀ ਲਾ ਦਿੱਤੇ ਜਾਂਦੇ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ, ਜਾਂ ਫਿਰ ਉਹਨਾਂ ਦੇ ਉੱਤੇ ਹੋਰ ਵੀ ਬਹੁਤ ਸਾਰੇ ਐਸੇ ਇਲਜ਼ਾਮ ਲੱਗਦੇ ਨੇ ਡੇਰਾ ਸਿਰਸਾ ਨੂੰ ਲੈ ਕੇ ਵੀ ਬੇਅਦਬੀਆਂ ਹੋਈਆਂ, ਬਹੁਤ ਕੁਝ ਹੋਇਆ। ਸੋ ਉਹਨਾਂ ਦੀ ਸਥਿਤੀ ਕੀ ਵੇਖਦੇ ਹੋ 2022 ਦੀਆਂ ਚੋਣਾਂ ਦੇ ਵਿੱਚ? ਦੇਖੋ ਜੀ, ਇਸ ਵੇਲੇ ਤਾਂ ਉਹ ਬਹੁਤ ਪਤਲੀ ਹਾਲਾਤ ਵਿੱਚ ਆ। ਜਦੋਂ ਉਹ 3 ਬਿੱਲ ਆਏ ਸੀਗੇ ਤੇ ਸੀਨੀਅਰ ਬਾਦਲ ਨੇ, ਸੁਖਬੀਰ ਬਾਦਲ, ਬੀਬੀ ਹਰਸਿਮਰਤ ਕੌਰ, ਉਹਨਾਂ ਦੇ ਹੱਕ ਵਿੱਚ ਵੀਡੀਓ ਆਈਆਂ ਹੋਈਆਂ ਨੇ, ਸਟੇਟਮੈਂਟ ਆਈਆਂ ਹੋਈਆਂ, ਜਾਂ ਉਸ ਤੋਂ ਬਾਅਦ ਵੀ ਇੰਟਰਵਿਊ ਆਇਆ ਜਦੋਂ ਅਲੱਗ ਵੀ ਹੋਇਆ, ਤਾਂ ਉਹ ਬੀਬੀ ਹਰਸਿਮਰਤ ਕੌਰ ਕਹਿੰਦੀ ਕਿ ਮੈਂ ਨਹੀਂ ਉਹਨਾਂ ਦੇ ਖਿਲਾਫ, ਪਰ ਕਿਸਾਨ ਉਹਨਾਂ ਦੇ ਖਿਲਾਫ ਆ। ਜਦੋਂ ਉਹਨਾਂ ਨੇ ਇਹ ਦੇਖਿਆ ਕਿ ਬੀਜੇਪੀ ਨੂੰ ਭਜਾਇਆ ਜਾ ਰਿਹਾ, ਬਹੁਤ ਜਗ੍ਹਾ ਈਵਨ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਭਜਾਇਆ ਗਿਆ, ਤੇ ਇਹਨਾਂ ਨੇ ਫਿਰ ਬੈਠ ਕੇ ਕਿਤੇ ਵਿਚਾਰ ਕੀਤਾ ਜ਼ਰੂਰ। ਬੇਅਦਬੀਆਂ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਸੀ, ਬੇਅਦਬੀਆਂ ਹੁਣ ਵੀ ਹੁੰਦੀਆਂ ਆ ਰਹੀਆਂ, ਪਰ ਜਦੋਂ ਗੋਲੀ ਦਾ ਆਰਡਰ ਹੋਇਆ, ਉਹ ਪੰਥਕ ਪਾਉਣ ਵਾਲੀ ਸਰਕਾਰ ਆ ਜਾਂ ਅਕਾਲੀ ਸਰਕਾਰ ਆ, ਡੀਜੀਪੀ, ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਚਾਹੇ ਡਿਪਟੀ ਮੁੱਖ ਮੰਤਰੀ ਵੀ ਆ, ਪਰ ਹੋਮ ਮਿਨਿਸਟਰ ਦਾ ਉਹ ਘੇਰਾ, ਤਿੰਨਾਂ ਦੀ ਇਜਾਜ਼ਤ ਤੋਂ ਬਿਨਾਂ ਏਡਾ ਵੱਡਾ ਗੋਲੀ ਕਾਂਡ ਤਾਂ ਨਹੀਂ ਹੋ ਸਕਦਾ। ਬਾਰਡਰ ਤੇ BSF, ਬਾਰਡਰ ਤੇ ਉਹ ਕੈਂਪ, ਸਰਚ ਲਾਈਟਾਂ ਜਾਂ ਇੰਨਾ ਕੁਝ, ਜਾਂ ਹੁਣ ਤਾਂ ਵੈਸੇ ਹੀ ਪੰਜਾਬ ਦਾ 50 ਕਿਲੋਮੀਟਰ ਇਲਾਕਾ ਦੇ ਦਿੱਤਾ BSF, ਅੱਧਾ ਪੰਜਾਬ ਹੋ ਜਾਂਦਾ। ਇੰਨਾ ਕੁਝ ਹੋਣ ਦੇ ਬਾਵਜੂਦ ਨਾ ਨਸ਼ਿਆਂ ਤੇ ਰੋਕ ਲੱਗੇ, ਨਾ ਬੇਅਦਬੀਆਂ ਦੇ ਦੋਸ਼ੀ। ਕਾਂਗਰਸ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ, ਸਿਧਾਂਤ ਨੂੰ ਨਹੀਂ ਢਾ ਸਕੇ, ਪਰ RSS BJP ਨੇ ਬਾਦਲ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਡੈਮੇਜ ਕਰਤਾ। ਲੋਕਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਕਦੀ ਇਦਾਂ ਦੀ ਸਿਚੁਏਸ਼ਨ ਨਹੀਂ ਸੀ ਆਈ। ਉਸ ਤੋਂ ਬਾਅਦ ਜੇ ਕਹੀਏ ਕਿ ਸਿੱਖਾਂ ਦੇ ਗੁਨਾਹਗਾਰ ਜਿਹੜੇ ਉਹ ਡੀਜੀਪੀ ਲਾ ਦੇਣੇ, ਉਹ ਉਹਨਾਂ ਦੇ ਉੱਤੇ ਲੱਗਦੇ ਆ, ਦੂਸਰੇ ਡੇਰਿਆਂ ਨੂੰ ਪ੍ਰਫੁੱਲਤ ਕਰਨਾ, ਉਹ ਇਲਜ਼ਾਮ ਉਹਨਾਂ ਤੇ ਲੱਗਦੇ ਆ। ਸੋ ਨਸ਼ਿਆਂ ਦਾ ਬਚਿਆ ਸੀ, ਉਹ ਵੀ ਵਿਕਰਮਜੀਤ ਮਜੀਠੀਆ ਹੋਇਆ ਤੇ ਲੱਗਦਾ। ਤੁਹਾਨੂੰ ਕੀ ਲੱਗਦਾ ਜਿਹੜੀ ਅਗਾਊਂ ਜ਼ਮਾਨਤ ਅੱਜ ਰੱਦ ਹੋ ਗਈ ਹੈ, ਸੋ ਕਿਵੇਂ ਦੇਖਦੇ ਹੋ? ਤੇ ਕਾਨੂੰਨ ਵੀ ਪਾਸੇ ਭੋਲੀ ਭਾਲੀ ਜਨਤਾ ਜਾਂ ਆਮ ਨਾਗਰਿਕ ਆ ਜਿਹੜੇ, ਉਹਨਾਂ ਲਈ ਹੋਈ ਆ। ਇਹਨਾਂ ਲਈ ਇਹ ਕਾਨੂੰਨ ਘਾੜਿਆਂ ਲਈ ਕਾਨੂੰਨ ਵੀ ਜਿਵੇਂ ਫਲੈਕਸੀਬਲ ਡੈਮੋਕ੍ਰੇਸੀ ਮੋਮ ਦੇ ਨੱਕ ਵਰਗੀ ਆ, ਜਿਵੇਂ ਮਰਜ਼ੀ ਮੋੜ ਲੈਂਦੇ ਆ। ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਦਰਸ਼ਕੋ, ਪ੍ਰਾਈਡ ਪੰਜਾਬ TV ਤੁਸੀਂ ਦੇਖ ਰਹੇ ਹੋ। ਸੋ ਪਿਛਲੀ ਕਿਸ਼ਤ ਵਿੱਚ ਅਸੀਂ ਗੱਲਬਾਤ ਕੀਤੀ ਹੈ। ਇਸ ਵੇਲੇ ਜੋ ਰਾਜਨੀਤਿਕ ਮਾਹੌਲ ਜਿਹੜਾ ਗਰਮਾਇਆ ਹੋਇਆ, ਉਹਦੇ ਵਿੱਚ ਵੱਖ-ਵੱਖ ਪਾਰਟੀਆਂ, ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਹੈ ਜੀ BJP ਦੀ। ਹੁਣ ਆਪਾਂ ਗੱਲ ਕਰਨੀ ਹੈ ਦੂਸਰੀਆਂ ਪਾਰਟੀਆਂ ਦੀ ਕਿ ਕੀ ਸਥਿਤੀ ਰੱਖਦੀਆਂ ਨੇ, ਕਿੰਨਾ ਕੁ ਲੋਕਾਂ ਦੇ ਵਿੱਚ ਪ੍ਰਭਾਵ ਹੈਗਾ, ਚਾਹੇ ਉਹ ਅਕਾਲੀ ਦਲ ਬਾਦਲ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ। ਸੋ ਫਿਰ ਇੱਕ ਵਾਰ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਸਰਬਜੀਤ ਸਿੰਘ ਜੀ। ਫਿਰ ਜੀ ਆਇਆਂ ਨੂੰ ਕਹਿੰਦੇ ਆ ਉਹਨਾਂ ਨੂੰ, ਤੇ ਫਿਰ ਗੱਲਬਾਤ ਆਰੰਭਦੇ ਆ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਾਂ BJP ਦੀ ਗੱਲ ਕੀਤੀ ਹੈ ਕਿ ਇੰਨੀ ਜ਼ਿਆਦਾ ਉਹਨਾਂ ਦੀ ਵਧੀਆ ਸਥਿਤੀ ਪੰਜਾਬ ਦੇ ਵਿੱਚ ਨਹੀਂ ਹੈਗੀ। ਇਹ ਵੋਟਾਂ ਦੀ ਗੱਲ ਕਰ ਲਈਏ ਜਾਂ ਫਿਰ ਉਹਨਾਂ ਦੇ ਜਿਹੜੇ ਹੋਰ ਏਜੰਡੇ ਹੈਗੇ ਉਹਨਾਂ ਨੂੰ ਲੈ ਕੇ। ਸੋ ਹੁਣ ਜਦੋਂ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਆ, ਬੇਅਦਬੀਆਂ ਦੇ ਦੋਸ਼ ਲੱਗਦੇ ਨੇ। ਬੜੀ ਵਾਰ ਇਹ ਕਹਿ ਦਿੱਤਾ ਜਾਂਦਾ ਵੀ ਉਹ ਡੀਜੀਪੀ ਲਾ ਦਿੱਤੇ ਜਾਂਦੇ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ, ਜਾਂ ਫਿਰ ਉਹਨਾਂ ਦੇ ਉੱਤੇ ਹੋਰ ਵੀ ਬਹੁਤ ਸਾਰੇ ਐਸੇ ਇਲਜ਼ਾਮ ਲੱਗਦੇ ਨੇ ਡੇਰਾ ਸਿਰਸਾ ਨੂੰ ਲੈ ਕੇ ਵੀ ਬੇਅਦਬੀਆਂ ਹੋਈਆਂ, ਬਹੁਤ ਕੁਝ ਹੋਇਆ। ਸੋ ਉਹਨਾਂ ਦੀ ਸਥਿਤੀ ਕੀ ਵੇਖਦੇ ਹੋ 2022 ਦੀਆਂ ਚੋਣਾਂ ਦੇ ਵਿੱਚ? ਦੇਖੋ ਜੀ, ਇਸ ਵੇਲੇ ਤਾਂ ਉਹ ਬਹੁਤ ਪਤਲੀ ਹਾਲਾਤ ਵਿੱਚ ਆ। ਜਦੋਂ ਉਹ 3 ਬਿੱਲ ਆਏ ਸੀਗੇ ਤੇ ਸੀਨੀਅਰ ਬਾਦਲ, ਇਹ ਸੁਖਬੀਰ ਬਾਦਲ, ਬੀਬੀ ਹਰਸਿਮਰਤ ਕੌਰ, ਉਹਨਾਂ ਦੇ ਹੱਕ ਵਿੱਚ ਵੀਡੀਓ ਆਈਆਂ ਹੋਈਆਂ ਨੇ, ਸਟੇਟਮੈਂਟ ਆਈਆਂ ਹੋਈਆਂ, ਜਾਂ ਉਸ ਤੋਂ ਬਾਅਦ ਵੀ ਇੰਟਰਵਿਊ ਆਇਆ ਜਦੋਂ ਅਲੱਗ ਵੀ ਹੋਇਆ, ਤਾਂ ਉਹ ਬੀਬੀ ਹਰਸਿਮਰਤ ਕੌਰ ਕਹਿੰਦੀ ਕਿ ਮੈਂ ਨਹੀਂ ਉਹਨਾਂ ਦੇ ਖਿਲਾਫ, ਪਰ ਕਿਸਾਨ ਉਹਨਾਂ ਦੇ ਖਿਲਾਫ ਆ। ਫਿਰ ਇੱਕ ਤਰ੍ਹਾਂ ਦਾ ਡੈਮੇਜ ਕੰਟਰੋਲ ਪਾਲਿਸੀ ਹੁੰਦੀ ਆ। ਆਪਾਂ ਦੋਸਤਾਂ ਵਿੱਚ, ਘਰਾਂ ਵਿੱਚ ਵੀ ਵੇਖਦੇ ਆ, ਜਦੋਂ ਸਾਡਾ ਕੋਈ ਦੋਸਤ ਜਾਂ ਪਰਿਵਾਰਕ ਮੈਂਬਰ ਕਿਤੇ ਬਹੁਤ ਵੱਡੇ ਜਗ੍ਹਾ ਘਿਰਿਆ ਹੋਵੇ, ਅਸੀਂ ਇੱਕ ਟੈਕਟਿਕ ਜਿਹਾ ਖੇਲਦੇ ਆ, ਜਾ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਦਬਕੇ ਝੜਕੇ ਜਾਂ ਮਾਰਨ ਲੱਗ ਜਾਂਦੇ ਆ ਉਹਨਾਂ ਦੇ ਸਾਹਮਣੇ, ਤਾਂ ਕਿ ਕਿਸੇ ਤਰ੍ਹਾਂ ਉੱਥੋਂ ਕੱਢ ਕੇ ਲਿਆਂਦਾ ਜਾ ਸਕੇ, ਜਦ ਕਿ ਉਹ ਦਿਲੋਂ ਨਹੀਂ ਹੁੰਦਾ। ਜਦੋਂ ਉਹਨਾਂ ਨੇ ਇਹ ਦੇਖਿਆ ਕਿ BJP ਨੂੰ ਭਜਾਇਆ ਜਾ ਰਿਹਾ, ਬਹੁਤ ਜਗ੍ਹਾ ਈਵਨ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਭਜਾਇਆ ਗਿਆ, ਤੇ ਇਹਨਾਂ ਨੇ ਫਿਰ ਬੈਠ ਕੇ ਕਿਤੇ ਵਿਚਾਰ ਕੀਤਾ ਜ਼ਰੂਰ ਵੀ ਜਿਹੜੀ ਇਹ ਵੋਟ ਸਾਡੇ ਤੋਂ ਦੋਨਾਂ ਤੋਂ ਨਾਰਾਜ਼ ਹੋ ਜਾਣੀ, ਉਹ ਨੈਚੁਰਲੀ ਕਿਸੇ ਤੀਜੀ ਪੋਲੀਟੀਕਲ ਪਾਰਟੀ ਕੋਲ ਚਲੇ ਜਾਣੀ ਹੈ। ਤੇ ਉਸ ਡੈਮੇਜ ਨੂੰ ਕੰਟਰੋਲ ਕਰਨ ਲਈ ਕਿ ਅਸੀਂ ਕਹਿ ਦਿੰਦੇ ਆ ਕਿ ਅਸੀਂ ਤਾਂ ਕਿਸਾਨ ਹਿੱਤੂ ਪਾਰਟੀ ਆ, ਵੀ ਜੇ ਤੁਸੀਂ ਨਹੀਂ ਸਹਿਮਤ ਅਸੀਂ BJP ਨਾਲ ਤੋੜ ਦਿੰਦੇ ਆ।
ਉਹ ਫਿਰ ਡੈਮੇਜ ਕੰਟਰੋਲ ਵੋਟਾਂ ਸਾਡੇ ਕੋਲ ਆ ਜਾਊਗੀਆਂ। ਵੀ ਜੇ ਸਾਡੀਆਂ ਕੋ ਵੋਟਾਂ ਤੇ ਚੋਣਾਂ ਤੋਂ ਬਾਅਦ ਜਿਵੇਂ ਦਾਸ ਨੇ ਜ਼ਿਕਰ ਕੀਤਾ ਕਿ ਇਹਨਾਂ ਦੇ ਬੜੇ ਹੁੰਦੇ ਆ ਫਿਰ ਬਿਆਨ ਜੀ ਕਿ ਕਾਂਗਰਸ ਨੂੰ ਦੇਖੋ ਜੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ, ਸੱਤਾ ਤੋਂ ਲਾਂਭੇ ਕਰਨ ਲਈ ਇਹ ਰਲੇਵਾਂ ਬਹੁਤ ਜ਼ਰੂਰੀ ਸੀ। ਬਿਲਕੁਲ ਤਾਂ ਮੁੜ ਕੇ ਫਿਰ ਇੱਕ ਹੋ ਜਾਵਾਂਗੇ ਤੇ ਇਸ ਕਰਕੇ ਉਹ ਕੀਤਾ। ਤੇ ਦੂਸਰਾ ਜਿਵੇਂ ਇਹ ਪਿਛਲੀ ਜਿਹੜੀ ਸਰਕਾਰ ਸੀਗੀ ਉਸ ਸਮੇਂ ਚਲੋ ਬੇਅਦਬੀਆਂ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਸੀ, ਬੇਅਦਬੀਆਂ ਹੁਣ ਵੀ ਹੁੰਦੀਆਂ ਆ ਰਹੀਆਂ, ਪਰ ਜਦੋਂ ਗੋਲੀ ਦਾ ਆਰਡਰ ਹੋਇਆ ਉਹ ਪੰਥਕ ਕਹਾਉਣ ਵਾਲੀ ਸਰਕਾਰ ਆ ਜਾਂ ਅਕਾਲੀ ਸਰਕਾਰ ਆ, ਡੀਜੀਪੀ ਮੁੱਖ ਮੰਤਰੀ ਤੇ ਹੋਮ ਮਿਨਿਸਟਰ, ਚਾਹੇ ਡਿਪਟੀ ਮੁੱਖ ਮੰਤਰੀ ਵੀ ਆ ਪਰ ਹੋਮ ਮਿਨਿਸਟਰ ਦਾ ਉਹ ਘੇਰਾ ਜੀ ਬਿਲਕੁਲ ਤਿੰਨਾਂ ਦੀ ਇਜਾਜ਼ਤ ਤੋਂ ਬਿਨਾਂ ਏਡਾ ਵੱਡਾ ਗੋਲੀकांड ਤਾਂ ਨਹੀਂ ਹੋ ਸਕਦਾ। ਇਹ ਠੀਕ ਆ ਕਿ ਮਤਲਬ ਜੇ ਮੈਂ ਵੀ ਕਿਤੇ ਮਾੜੀ ਮੋਟੀ ਸੰਸਥਾ ਵਿੱਚ ਹੋਵਾਂ, ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਉਸ ਸੰਸਥਾ ਵਿੱਚ ਮੇਰੀ ਪ੍ਰਧਾਨਗੀ ਦੇ ਸਮੇਂ ਗੜਬੜ ਹੋਵੇ, ਪਰ ਜੇ ਉਹ ਗੜਬੜ ਹੋਈ ਆ ਪਰ ਉਹਦੇ ਨੂੰ ਦਬਾਉਣ ਲਈ ਮੈਂ ਇੰਨਾ ਸਖਤ ਵੀ ਹੋਵਾਂ ਫਿਰ ਉਹ ਵੀ ਤਾਂ ਜ਼ਿੰਮੇਵਾਰੀ ਮੈਨੂੰ ਲੈਣੀ ਪਊ ਨਾ। ਜੇ ਮੈਂ ਚੰਗੇ ਕੰਮਾਂ ਦੀ ਜ਼ਿੰਮੇਵਾਰੀ ਲੈਣਾ ਕਿ ਮੈਂ ਚੰਗੇ ਕੰਮ ਕੀਤੇ ਤੇ ਜਿਹੜੇ ਉਸ ਕਾਰਜਕਾਲ ਵਿੱਚ ਬੁਰੇ ਹੋਏ ਆ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਮੇਰੇ ਤੇ ਆਊਗੀ। ਜੀ ਬਿਲਕੁਲ। ਸੋ ਇਹਨਾਂ ਦਾ ਡੇਰਾ ਸਿਰਸਾ ਜਾਂ ਜਿੰਨੇ ਵੀ ਹੋਰ ਡੇਰੇ ਆ ਉਹ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਤਾਂ ਨਹੀਂ ਪਣਪਦੇ, ਜਾਂ ਨਸ਼ੇ ਬਾਰੇ ਇੰਨਾ ਕੁਝ ਹੋਇਆ ਜੀ। ਤਾਂ ਜੇ ਉਹ ਸਰਕਾਰਾਂ ਸੁਹਿਰਦ ਹੋਣ ਤਾਂ ਇੱਕ SHO ਜਾਂ ਇੱਕ DSP ਚੰਗਾ ਇਮਾਨਦਾਰ ਹੋਵੇ ਤੇ ਉਹ ਇੱਕ ਜ਼ਿਲ੍ਹੇ ਦੇ ਵਿੱਚ ਜਾਂ ਇੱਕ ਸ਼ਹਿਰ ਦੇ ਵਿੱਚ ਜਿੱਥੇ ਵਾਰਦਾਤ ਹੋਈ ਮੁਜਰਮ ਨੂੰ 24 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲੈਂਦਾ। ਬਿਲਕੁਲ। ਪਰ ਇੱਥੇ ਦੇਖੋ ਬਾਰਡਰ ਤੇ BSF, ਬਾਰਡਰ ਤੇ ਉਹ ਕੈਂਪ ਸਰਚ ਲਾਈਟਾਂ ਜਾਂ ਇੰਨਾ ਕੁਝ, ਜਾਂ ਹੁਣ ਤਾਂ ਵੈਸੇ ਹੀ ਪੰਜਾਬ ਦਾ 50 ਕਿਲੋਮੀਟਰ ਇਲਾਕਾ ਦੇ ਦਿੱਤਾ BSF, ਅੱਧਾ ਪੰਜਾਬ ਹੋ ਜਾਂਦਾ। ਤਾਂ ਇਹਨਾਂ ਕੁਝ ਹੋਣ ਦੇ ਬਾਵਜੂਦ ਨਾ ਨਸ਼ਿਆਂ ਤੇ ਰੋਕ ਲੱਗੇ ਨਾ ਬੇਅਦਬੀਆਂ ਦੇ ਦੋਸ਼ੀਆਂ। ਜਦੋਂ ਬੇਅਦਬੀਆਂ ਹੁਣ ਕੱਲ ਪਰਸੋਂ ਵੀ ਇੱਕ ਦੋ, ਹਾਲਾਂਕਿ ਹੁਣ ਇਹ ਕਾਂਗਰਸ ਦਾ ਸਰਕਾਰ ਹੈ, ਬਾਦਲ ਦੇ ਰਾਜ ਵਿੱਚ ਵੀ ਇੰਜ ਹੀ ਹੋ ਰਿਹਾ। ਹਾਂਜੀ ਬਿਲਕੁਲ। ਦੋਸ਼ੀ ਸ਼ਰੇਆਮ ਕਹਿ ਰਿਹਾ ਇੰਨੇ ਪੈਸੇ ਦਿੱਤੇ, ਪੁਲਿਸ ਕਹਿੰਦੀ ਹੈ ਚੋਰੀ ਦਾ ਪਰਚਾ ਦਰਜ ਕਰਨਾ। ਇਹੀ ਸਾਰਾ ਕੁਝ ਹੁੰਦਾ ਰਿਹਾ। ਜਦੋਂ ਆਪਾਂ ਦੋਸ਼ੀ ਨੂੰ ਫੜ ਕੇ ਕੋਈ ਇਹੋ ਜਿਹੀ ਸਜ਼ਾ ਨਹੀਂ ਦਿੰਦੇ ਕਿ ਜਿਹਦੇ ਕਾਰਨ ਉਹ ਦੂਜਾ ਕੋਈ ਗੱਲ ਉਹ ਇਹੋ ਜਿਹੀ ਕਰਨ ਤੋਂ ਝਿਜਕਦਾ ਹੋਵੇ, ਫਿਰ ਡੇਰਾ ਸਿਰਸਾ ਨੂੰ ਬਿਨਾਂ ਮੰਗੇ ਮੁਆਫੀ ਦੇ ਦਿੱਤੀ ਜਾਂਦੀ ਹੈ। 94 ਲੱਖ ਜਾਂ ਕਿੰਨਾ ਸ਼੍ਰੋਮਣੀ ਕਮੇਟੀ ਦੇ ਬਜਟ ਦਾ ਇਸ਼ਤਿਹਾਰਬਾਜ਼ੀ ਤੇ ਖਰਚ ਦਿੱਤਾ ਜਾਂਦਾ ਤੇ ਬਾਅਦ ਵਿੱਚ ਉਹ ਸੰਗਤ ਦੇ ਜ਼ੋਰ ਕਾਰਨ ਉਹ ਮੁਆਫੀਨਾਮਾ ਵਾਪਸ ਲੈਣਾ ਪੈਂਦਾ। ਇਹਨਾਂ ਨੇ ਜਥੇਦਾਰਾਂ ਦੀ ਪੋਜੀਸ਼ਨ ਵੀ, ਕਿਉਂਕਿ ਕਾਂਗਰਸ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ, ਸਿਧਾਂਤ ਨੂੰ ਨਹੀਂ ਢਾ ਸਕੇ, ਪਰ RSS BJP ਨੇ ਬਾਦਲ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਡੈਮੇਜ ਕਰਤਾ। ਲੋਕਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਕਦੀ ਇਦਾਂ ਦੀ ਸਿਚੁਏਸ਼ਨ ਨਹੀਂ ਸੀ ਆਈ। ਆਪਾਂ ਦੇਖਦੇ ਸੀਗੇ ਪਿੰਡਾਂ ਵਿੱਚ ਵਿਚਰਦੇ ਆ ਕਿ ਜਿਹੜਾ ਕੋਈ ਸ਼ਰਾਬ ਪੀਣ ਵਾਲਾ ਵੀ ਬੇਸ਼ੱਕ ਹੋਵੇ, ਚਾਹੇ ਕੋਈ ਪਤਿਤ ਸਿੱਖ ਵੀ ਹੋਵੇ, ਜਦੋਂ ਵੋਟਾਂ ਦੀ ਗੱਲ ਆਉਂਦੀ ਸੀ ਕਹਿੰਦੇ ਸੀ ਮੇਰੀ ਵੋਟ ਪੰਥ ਨੂੰ ਜਾਊ। ਜਿਹੋ ਜਿਹਾ ਵੀ ਮਰਜ਼ੀ ਕੋਈ ਸਿੱਖ ਹੋਵੇ, ਉਹਦੇ ਸਾਰੇ ਕਾਰਜ ਗੁਰਦੁਆਰੇ ਹੁੰਦੇ ਸੀਗੇ। ਚਲੋ ਕਿਸੇ ਕਾਰਨ ਉਹ ਅੰਮ੍ਰਿਤਧਾਰੀ ਗੁਰਸਿੱਖ ਨਾ ਸੀ ਹੁੰਦਾ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿੰਤੂ ਪ੍ਰੰਤੂ ਕਰਨਾ ਇੱਕ ਸਿੱਖ ਨੇ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਅੱਜ ਹੋ ਰਿਹਾ। ਤੇ ਹੁਣ ਤੇ ਕਿਉਂਕਿ ਪਿੱਛੇ ਜੇ ਵੀ ਅੰਮ੍ਰਿਤਸਰ ਵਿੱਚ ਇਹਨਾਂ ਨੇ ਇੱਕ ਕਾਨਫਰੰਸ ਕੀਤੀ, ਜਦ ਕਿ ਹੋਣੀ ਤਾਂ ਬਾਈਬਲ ਜਾਂ ਬਰਗਾੜੀ ਚਾਹੀਦੀ ਸੀਗੀ, ਤੇ ਉੱਥੇ ਜਾ ਕੇ ਕੀਤੀ ਆ। ਉਹ ਜਿਵੇਂ ਇੱਕ ਗਵਰਨਰ ਨੂੰ ਜਾਂ ਇੱਕ ਰਾਸ਼ਟਰਪਤੀ ਨੂੰ ਕੇਂਦਰ ਸਰਕਾਰ ਜਾਂ ਗਵਰਨਰ ਨੂੰ ਪੰਜਾਬ ਸਰਕਾਰ ਜਾਂ ਕਿਸੇ ਵੀ ਸਟੇਟ ਦੀ ਸਰਕਾਰ ਭਾਸ਼ਣ ਪੜ੍ਹਨ ਦੇ ਦਿੰਦੀ ਆ, ਉਹ ਪ੍ਰੀ ਪਲਾਨਿੰਗ। ਕਿਉਂਕਿ ਉਹ ਇਹਨਾਂ ਦੇ ਆਪਣੇ ਜਥੇਦਾਰ, ਇੱਕ ਵਾਰੀ ਉਹ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਇਹਨਾਂ ਨੇ ਵਿੱਚ ਬੈਠਣ ਤੋਂ ਮਨਾ ਕਰਤਾ ਸੀ ਕੁਝ ਸਮੇਂ ਲਈ, ਤੇ ਉਹਨੇ ਆਪ ਹੀ ਕਿਹਾ ਕਿ ਉਦੋਂ ਮੱਕੜ ਪ੍ਰਧਾਨ ਸੀ SGPC ਦਾ ਅਵਤਾਰ ਸਿੰਘ ਮੱਕੜ, ਕੇ ਬਾਦਲ ਸਾਹਿਬ ਦਾ ਸਿਆਸੀ ਉਹ ਮੀਡੀਆ ਇੰਚਾਰਜ, ਤੇ ਉਹ ਅਵਤਾਰ ਸਿੰਘ ਮੱਕੜ ਆਉਂਦੇ ਆ ਤੇ ਉਹ ਮੈਨੂੰ ਫੜਾ ਜਾਂਦੇ ਆ ਜਥੇਦਾਰ ਨੂੰ, ਉਹ ਤੇ ਉਹ ਦਸਤਖਤ ਕਰਵਾ ਲੈਂਦੇ ਆ। ਉਹ ਇੱਕ ਤਰ੍ਹਾਂ ਦੇ ਨਾਲ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰ ਆ, ਕਿਉਂਕਿ ਹੁਣ BJP ਨਾਲ ਉਹ ਵਕਤੀ ਤੌਰ ਤੇ ਨਾਤਾ ਤੋੜਿਆ ਹੋਇਆ, ਥੋੜਾ ਬਹੁਤਾ ਉਹਨਾਂ ਤੋਂ ਪਰਮਿਸ਼ਨ ਲਈ ਹੋਈ ਆ ਕਿ ਹੁਣ ਸਾਨੂੰ ਥੋੜਾ ਬਹੁਤਾ ਕਰਨਾ ਪੈਣਾ, ਕਿਉਂਕਿ ਦਿਲੋਂ ਕੁਛ ਨਹੀਂ। ਉਹ ਇੱਕ ਤਰ੍ਹਾਂ ਦਾ ਦਿੱਤਾ ਹੋਇਆ ਭਾਸ਼ਣ ਹੀ ਰੱਟ ਕੇ ਪੜ੍ਹ ਦਿੰਦੇ ਆ
ਥੋੜੀਆਂ ਬਹੁਤੀਆਂ ਨੇ ਇੱਧਰ ਉੱਧਰ ਤਲਖੀਆਂ ਜੀਆਂ ਕਰਕੇ ਮਿੱਠੀਆਂ ਜੀਆਂ ਸਿੱਠਣੀਆਂ ਦੇ ਕੇ ਪੰਥ ਨੂੰ ਫਿਰ ਬਾਦਲ ਦਲ ਦੇ ਹੱਕ ਵਿੱਚ ਭੁਗਤਣ ਲਈ ਕਹਿ ਰਹੇ, ਜਦ ਕਿ ਉਹ ਕੌਮ ਨੂੰ ਰਿਪਰੈਜ਼ੈਂਟ ਕਰਦੇ ਆ, ਨਾ ਕਿ ਕਿਸੇ ਪਾਰਟੀ ਵਿਸ਼ੇਸ਼ ਨੂੰ। ਬਿਲਕੁਲ। ਸੋ ਹਾਲਤ ਤਾਂ ਬਹੁਤ ਪਤਲੀ ਆ। ਜਿਵੇਂ ਦਾਸ ਨੇ ਇਕੱਲਾ ਜ਼ਿਕਰ ਕੀਤਾ ਕਿ 89 ਜਾਂ 2 ਵਾਰੀ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਪਰ ਹੋ ਨਹੀਂ ਸਕੀਆਂ। ਜੋ ਮਾਹੌਲ ਉਸ ਵੇਲੇ ਸੀ ਉਹੋ ਜਿਹਾ ਮਾਹੌਲ ਆ। ਜਿਹੜੀਆਂ ਰਵਾਇਤੀ ਪਾਰਟੀਆਂ, ਜਿਹੜੀਆਂ ਰਵਾਇਤੀ ਅਕਾਲੀਆਂ ਦੇ ਰੂਪ ਚ ਜਾਂ ਵਿੱਚ ਜਨਸੰਘ ਜਾਂ ਬੀਜੇਪੀ ਸੀ, ਦੂਜੇ ਪਾਸੇ ਕਾਂਗਰਸ, ਇਹਨਾਂ ਦੀ ਹਾਲਤ ਇਸ ਵੇਲੇ ਬਹੁਤ ਪਤਲੀ ਆ। ਆਉਣ ਵਾਲੇ ਸਮੇਂ ਵਿੱਚ ਵੱਡੀ ਕੋਈ ਗੜਬੜ ਨਾ ਹੋਵੇ, EVM ਦੀ ਹੇਰਾਫੇਰੀ ਨਾ ਹੋਵੇ, ਜਾਂ ਜਿਵੇਂ ਵੋਟਰ ਫਿਰ 500 ਰੁਪਇਆ ਜਾਂ ਨਸ਼ੇ 'ਚ ਵਿਕਣਾ ਸ਼ੁਰੂ ਹੋ ਜਾਂਦੇ ਆ ਐਂਡ ਤੇ ਜਾ ਕੇ, ਉਹ ਸਾਰਾ ਕੁਝ ਨਾ ਕਰਨ, ਆਪਣਾ ਫਰਜ਼ ਪਛਾਣਨ, ਜਿਵੇਂ ਕਿਸਾਨ ਮਜ਼ਦੂਰ ਸੰਘਰਸ਼ ਦੌਰਾਨ ਪਹਿਚਾਣਿਆ, ਫਿਰ ਤਖਤਾ ਪਲਟ ਹੋਣਾ ਲਾਜ਼ਮੀ ਆ। ਜੇ ਹੁਣ ਬਿਕਰਮਜੀਤ ਮਜੀਠੀਆ ਹੋਰਾਂ ਦੀ ਗੱਲ ਕਰੀਏ, ਅਸੀਂ ਬੇਅਦਬੀਆਂ ਵਾਲਾ ਮਾਮਲਾ ਜਿਹੜਾ ਹੈਗਾ ਉਹਦੇ ਉੱਤੇ ਗੱਲ ਕੀਤੀ ਹੈ, ਪਰ ਹੁਣ ਬਿਕਰਮਜੀਤ ਮਜੀਠੀਆ ਹੋਰਾਂ ਦੀ ਅਗਾਊਂ ਜ਼ਮਾਨਤ ਰੱਦ ਹੋ ਗਈ ਹੈ। ਮਤਲਬ ਪਹਿਲਾਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ, ਪਰ ਅੱਜ ਦੀ ਤਾਜ਼ਾ ਖਬਰ ਹੈ ਕਿ ਉਹ ਰੱਦ ਕਰ ਦਿੱਤੀ ਗਈ ਹੈ। ਸੋ ਆਪਾਂ ਜਿੱਥੇ ਬੇਅਦਬੀਆਂ ਦੀ ਗੱਲ ਕਰਦੇ ਆ, ਉਹ ਇਲਜ਼ਾਮ ਬਾਦਲ ਦਲ ਤੇ ਲੱਗਦੇ ਨੇ। ਉਸ ਤੋਂ ਬਾਅਦ ਜੇ ਕਹੀਏ ਕਿ ਸਿੱਖਾਂ ਦੇ ਗੁਨਾਹਗਾਰ ਜਿਹੜੇ ਉਹ DGP ਲਾ ਦੇਣੇ, ਉਹ ਉਹਨਾਂ ਦੇ ਉੱਤੇ ਲੱਗਦੇ ਆ। ਦੂਸਰੇ ਡੇਰਿਆਂ ਨੂੰ ਪ੍ਰਫੁੱਲਤ ਕਰਨਾ, ਉਹ ਇਲਜ਼ਾਮ ਉਹਨਾਂ ਤੇ ਲੱਗਦੇ ਆ। ਸੋ ਨਸ਼ਿਆਂ ਦਾ ਬਚਿਆ ਸੀ, ਉਹ ਵੀ ਬਿਕਰਮਜੀਤ ਮਜੀਠੀਆ ਹੋਰਾਂ ਤੇ ਲੱਗਦਾ। ਤੁਹਾਨੂੰ ਕੀ ਲੱਗਦਾ ਜਿਹੜੀ ਅਗਾਊਂ ਜ਼ਮਾਨਤ ਅੱਜ ਰੱਦ ਹੋ ਗਈ ਹੈ, ਸੋ ਕਿਵੇਂ ਦੇਖਦੇ ਹੋ ਇਹਨੂੰ ਤੁਸੀਂ? ਦਲਜੀਤ ਸਿੰਘ ਜੀ, ਅਸਲ ਵਿੱਚ ਉਹ ਜਿਹੜੀ ਪਹਿਲਾਂ ਬੀਬੀ ਜੱਜ ਸੀਗੀ, ਉਹ ਇੱਕ SGPC ਵੱਲੋਂ ਇਹਨਾਂ ਨੇ ਲਾਏ ਸੀਗੇ, ਸ਼ਾਇਦ ਉਹਨਾਂ ਦਾ ਨਾਂ ਸਰਦਾਰ ਹਰਫੂਲ ਸਿੰਘ ਸੀ, ਉਹਨਾਂ ਦੀ ਬੇਟੀ ਸੀ। ਅੱਛਾ। ਕਿਤੇ ਨਾ ਕਿਤੇ ਇਹ ਤਾਰਾਂ ਸਾਰੀਆਂ ਜੁੜੀਆਂ ਹੀ ਹੁੰਦੀਆਂ ਆ। ਕਈ ਵਾਰੀ ਹੁੰਦਾ ਕਿ ਜੇ ਕੋਈ ਆਮ ਪਹਿਲਾਂ ਭਾਵੇਂ ਜਿੰਨਾ ਮਰਜ਼ੀ ਬਦਨਾਮ ਹੋਵੇ, ਜੋ ਮਰਜ਼ੀ ਹੋਵੇ, ਇੱਕ ਦੇਸੀ ਪੋਲਿਟਿਕਸ ਦੀ ਇਹ ਹੈ ਕਿ ਜਿਹਨੂੰ ਫਿਰ ਲੀਡਰ ਨੂੰ ਜੇਲ੍ਹ ਹੁੰਦੀ ਹੈ ਨਾ, ਉਹ ਜਿਹੜੇ ਉਹਦੇ ਹਮਾਇਤੀ ਹੁੰਦੇ, ਉਹ ਵੇਵ ਇਹੋ ਜਿਹੀ ਬਣਾ ਦਿੰਦੇ ਆ ਕਿ ਕਾਂਗਰਸ ਦੀ ਸਰਕਾਰ ਆ, ਧੱਕਾ ਕਰਦੀ ਆ। ਤੇ ਦੂਜਾ ਇਹ ਕਿ ਜਦੋਂ ਪਹਿਲੀ ਵਾਰੀ ਜ਼ਮਾਨਤ ਦੀ ਗੱਲ ਸੀ, ਉਹ ਲੁਕ ਗਏ। ਜਦੋਂ ਆਮ ਕਿਸੇ ਸਿੱਖ ਤੇ ਜਾਂ ਆਮ ਕਿਸੇ ਇਨਸਾਨ ਤੇ ਕੋਈ ਗੱਲ ਹੋਵੇ, ਫੇਰ ਕਹਿੰਦੇ ਆ ਜੀ ਕਾਨੂੰਨ ਦੀ ਪਾਲਣਾ ਕਰੋ, ਸੰਵਿਧਾਨ ਨੂੰ ਦੀ ਇੱਜ਼ਤ ਕਰੋ, ਸੰਵਿਧਾਨ ਦੇ ਮੁਤਾਬਕ ਚੱਲੋ, ਸਾਨੂੰ ਮਾਨਯੋਗ ਤੇ ਅਦਾਲਤ ਤੇ ਵਿਸ਼ਵਾਸ ਰੱਖਣਾ ਚਾਹੀਦਾ। ਪਰ ਜਦੋਂ ਇਹ ਜਿਹੜੇ ਵਿਧਾਨ ਸਭਾ ਜਾਂ ਲੋਕ ਸਭਾ ਜਾਂ ਰਾਜ ਸਭਾ 'ਚ ਬੈਠ ਕੇ ਕਾਨੂੰਨ ਬਣਾਉਣ ਵਾਲੇ ਆ, ਗੱਲ ਇਹਨਾਂ ਤੇ ਆਉਂਦੀ ਆ, ਫਿਰ ਇਹ ਕਿਉਂ ਲੁਕਦੇ ਆ, ਇਹ ਕਿਉਂ ਭੱਜਦੇ ਆ? ਇਹ ਤਾਂ ਕਾਨੂੰਨ ਬਣਾਉਣ ਵਾਲੇ ਆਮ ਲੋਕ ਤਾਂ ਵਿਚਾਰੇ ਬਣੇ ਕਾਨੂੰਨਾਂ ਨੂੰ ਭੁਗਤਣ ਲਈ ਹੁੰਦੇ ਆ। ਉਹਨਾਂ ਨੂੰ ਜੋ ਨਸੀਹਤਾਂ ਦਿੱਤੀਆਂ ਜਾਂਦੀਆਂ, ਉਹ ਫਿਰ ਉਹਨਾਂ ਨੂੰ ਇਹ ਰੋਲ ਮਾਡਲ ਬਣਨ, ਫੇਸ ਕਰਨ, ਉਹਨਾਂ ਨੂੰ ਫੇਸ ਕਰਨ। ਉਹ ਬੜੀ ਅਜੀਬ ਜੀ ਗੱਲ ਹੁੰਦੀ ਹੈ ਇਹ ਸਾਰਾ ਹੀ ਵਰਤਾਰਾ। ਫਿਰ ਜੇ ਕਿਸੇ ਲੀਡਰ ਨੂੰ ਗ੍ਰਿਫਤਾਰ ਕਰ ਵੀ ਲਓ, 24 ਘੰਟੇ ਨਹੀਂ ਬੀਤਦੇ, ਇਹਨਾਂ ਦੀ ਜੀ ਸਿਹਤ ਖਰਾਬ ਹੋ ਗਈ, ਉਹ 5 ਸਟਾਰ ਕਿਸੇ ਹਸਪੀਟਲ ਵਰਗੇ ਹਸਪੀਟਲ ਵਿੱਚ ਚਲੇ ਜਾਂਦੇ ਆ। ਤੇ ਜਾਂ ਜੇ ਕਦੀ ਅਰੈਸਟ ਹੋਣ, ਬਾਕੀ ਤਾਂ ਕਈ ਬੜੇ ਤੀਜੇ ਦਰਜੇ ਦੀਆਂ ਜੇਲ੍ਹਾਂ 'ਚ ਹੁੰਦੇ, ਅਰੈਸਟ ਹਾਊਸਾਂ ਵਿੱਚ ਬੈਠੇ ਹੁੰਦੇ ਆ, ਜਿੱਥੇ ਸਾਰੀਆਂ ਸਹੂਲਤਾਂ ਇੱਕ ਆਮ ਇਨਸਾਨ ਨੂੰ ਘਰ 'ਚ ਉਹ ਸਹੂਲਤਾਂ ਮੌਜੂਦ ਨਹੀਂ ਹੁੰਦੀਆਂ ਜੋ ਰੈਸਟ ਹਾਊਸ ਵਿੱਚ ਸਹੂਲਤਾਂ ਹੁੰਦੀਆਂ। ਇਹ ਫੇਰ ਵੀ ਲੁਕਦੇ ਆ, ਇਹ ਫੇਰ ਵੀ ਲੁਕਦੇ ਆ। ਬਿਲਕੁਲ। ਸੁਮੇਧ ਸੈਣੀ ਹੋਰਾਂ ਦੀ ਵੀ ਗੱਲ ਕਰੀਏ ਤਾਂ ਤਕਰੀਬਨ 2-3 ਵਾਰ ਉਹਨਾਂ ਦੀ ਵੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ। ਸੋ ਅਗਾਊਂ ਜ਼ਮਾਨਤ ਉਹਨਾਂ ਨੂੰ ਵੀ ਮਿਲ ਜਾਂਦੀ ਹੈ। ਦੇਖੋ, ਸੁਮੇਧ ਸੈਣੀ ਹੋਵੇ, ਬਿਕਰਮ ਮਜੀਠੀਆ ਹੋਵੇ, ਜਾਂ ਕੋਈ ਵੀ ਲੀਡਰ ਹੋਵੇ, ਇਹਨਾਂ ਦੇ ਕੋਲ ਇੰਨੀ ਸਿਕਿਉਰਿਟੀ ਹੁੰਦੀ ਆ। ਹੁਣ ਇੱਕ ਲੀਡਰ ਸਣੇ ਜਾਂ ਇੱਕ ਐਡਾ ਵੱਡਾ ਪੁਲਿਸ ਆਫੀਸਰ ਸਣੇ ਸਿਕਿਉਰਿਟੀ ਗਾਇਬ ਹੋ ਜਾਂਦਾ, ਕਿੱਥੇ ਗਾਇਬ ਹੋ ਜਾਂਦੇ ਨੇ। ਫਿਰ ਉਹ ਜਿਹੜੀ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਹੋਈ ਆ, ਉਹਨਾਂ ਦੀ ਪ੍ਰੋਟੈਕਸ਼ਨ ਲਈ ਉਸ ਸਿਕਿਉਰਿਟੀ ਤੇ ਕੇਸ ਦਰਜ ਹੋਣਾ ਚਾਹੀਦਾ। ਕਿ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਪੁਲਿਸ ਆਫੀਸਰ ਜਾਂ ਉਹ ਲੀਡਰ ਕਿੱਥੇ ਚਲੇ ਗਿਆ, ਹੁਣ ਉਸ ਦੌਰਾਨ ਉਹਦੇ ਤੇ ਕੋਈ ਅਟੈਕ ਹੋ ਜਾਵੇ, ਕੋਈ ਜਾਨਲੇਵਾ ਹਮਲਾ ਹੋ ਜਾਏ, ਤਾਂ ਤੁਹਾਡੀ ਜ਼ਿੰਮੇਵਾਰੀ ਸੀ ਉਹਨੂੰ ਪ੍ਰੋਟੈਕਟ ਕਰਨ ਦੀ। ਤੁਸੀਂ ਫੇਲ ਹੋਏ ਆ, ਉਹਨਾਂ ਤੇ ਕੇਸ ਕਰ ਦਿਓ। ਫਿਰ ਉਹ ਆਪੇ ਆਪਣਾ ਫਰਜ਼ ਪਛਾਣਦੇ ਹੋਏ ਉਹ ਦੱਸਣ ਕਿ ਉਹ ਤਾਂ ਇਸ ਜਗ੍ਹਾ ਤੇ ਆ। ਇਹ ਕਿਵੇਂ ਹੋ ਸਕਦਾ? ਹੁਣ ਆਪਾਂ ਦੋਨੇ ਇਕੱਠੇ ਬੈਠੇ ਆ, ਜੇ ਆਪਾਂ ਇਕੱਠੇ ਬੈਠੇ ਆ ਤਾਂ ਮੈਨੂੰ ਪਤਾ ਕਿ ਇਸ ਵੇਲੇ ਤੁਸੀਂ ਇੱਥੇ ਬੈਠੇ ਜਾਂ ਤੁਹਾਨੂੰ ਮੇਰਾ ਪਤਾ, ਤਾਂ ਮੈਂ ਇੱਕਦਮ ਜੇ ਉੱਠ ਕੇ ਜਾਊਂਗਾ, ਤੁਹਾਨੂੰ ਪਤਾ ਕਿ ਹੁਣ ਇਹ ਉੱਠ ਕੇ ਜਾ ਰਿਹਾ, ਤੁਸੀਂ ਮਗਰ ਆਉਂਗੇ ਦੇਖਣ ਕਿ ਕਿੱਥੇ ਜਾ ਰਿਹਾ ਹੈ ਜੀ। ਤੇ ਉਹ ਸਾਰੀ ਸਿਕਿਉਰਿਟੀ ਕੀ ਕਰ ਰਹੀ ਹੁੰਦੀ ਆ? ਬਿਲਕੁਲ, ਉਹਨਾਂ ਦੀ ਤਾਂ ਜ਼ਿੰਮੇਵਾਰੀ ਆ ਉਹਨੂੰ ਪ੍ਰੋਟੈਕਟ ਕਰਨਾ 24/7। ਜੀ। ਇਹਦਾ ਮਤਲਬ ਸਾਰੇ ਰਲੇ ਮਿਲੇ ਹੁੰਦੇ ਨੇ, ਇਹ ਸਾਰੇ ਆਪਸ ਵਿੱਚ ਰਲੇ ਮਿਲੇ ਹੁੰਦੇ ਆ। ਉਹ ਜਿਵੇਂ ਆਮ ਕਿਹਾ ਜਾਂਦਾ ਕਿ ਜਿੰਦੇ ਮਤਲਬ ਸਾਧਾਂ ਲਈ ਹੁੰਦੇ, ਚੋਰਾਂ ਲਈ ਕੋਈ ਜਿੰਦੇ ਨਹੀਂ। ਇਹ ਕਾਨੂੰਨ ਵੀ ਬਸ ਇਹ ਭੋਲੀ ਭਾਲੀ ਜਨਤਾ ਜਾਂ ਆਮ ਨਾਗਰਿਕ ਆ ਜਿਹੜੇ ਉਹਨਾਂ ਲਈ ਹੋਈ ਆ। ਇਹਨਾਂ ਲਈ ਇਹ ਕਾਨੂੰਨ ਘਾੜਿਆਂ ਲਈ ਕਾਨੂੰਨ ਵੀ
ਉਹ ਜਿਵੇਂ ਫਲੈਕਸੀਬਲ ਡੈਮੋਕ੍ਰੇਸੀ ਮੋਮ ਦੇ ਨੱਕ ਵਰਗੀ ਆ, ਜਿਵੇਂ ਮਰਜ਼ੀ ਮੋੜ ਲੈਂਦੇ ਆ। ਤੇ ਕਿਸੇ ਵੀ ਸਟੇਟ ਦੇ ਕੋਲ ਇੰਨਾ ਕੀ ਹੱਕ ਹੁੰਦਾ ਕਿਉਂਕਿ ਸੈਂਟਰ ਨੇ ਪਾਵਰਾਂ ਆਪਣੇ ਕੋਲ ਰੱਖੀਆਂ। ਜਦੋਂ ਡੀਜੀਪੀ ਲਾਉਣਾ ਉਹ 2 ਜਾਂ 3 ਨਾਂ ਭੇਜਣੇ ਹੁੰਦੇ ਆ, ਤੇ ਉਹਨਾਂ 2-3 ਨਾਵਾਂ ਵਿੱਚੋਂ ਉਹ ਕਿਸੇ ਨੂੰ ਅਪਾਇੰਟ ਕਰਦੇ ਆ। ਪਰ ਜੇ ਅਸੀਂ ਭੇਜਣੇ ਹੀ 2-3 ਉਹੀ ਆ, ਫਿਰ ਉਹਨਾਂ ਨੇ ਕੋਈ ਨਾ ਕੋਈ ਅਪਾਇੰਟ ਕਰਨਾ। ਤਾਂ ਫਿਰ ਇਹਨਾਂ ਦੇ ਪ੍ਰੋਬਲਮ ਇਹ ਹੁੰਦੀ ਆ ਕਿ ਰਾਜ ਕਰਨ ਲਈ ਇਹਨਾਂ ਨੇ ਉਹਨਾਂ ਤੋਂ ਇਹੋ ਜਿਹੇ ਕੰਮ ਕਰਵਾਏ ਹੁੰਦੇ ਆ। ਉਹ ਕਹਿੰਦੇ ਆ ਕਿ ਜੇ ਤੁਸੀਂ ਸਾਡਾ ਪ੍ਰਮੋਸ਼ਨ ਨਾ ਕੀਤਾ ਜਾਂ ਤੁਸੀਂ ਸਾਡੇ ਖਿਲਾਫ ਗਏ, ਮੈਂ ਵਾਅਦਾ ਮਾਫ ਗਵਾਹ ਬਣ ਕੇ ਤੁਹਾਡੇ ਕੱਚੇ ਚਿੱਠੇ ਖੋਲ ਦਊਂਗਾ। ਇਹ ਫਿਰ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ। ਜੇ ਤਾਂ ਇਹਨਾਂ ਨੇ ਕੋਈ ਇਹੋ ਜਿਹੇ ਕੰਮ ਨਾ ਕਰਾਏ ਹੋਣ, ਮਤਲਬ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ, ਫੇਰ ਤਾਂ ਇਹ ਕਹਿਣ ਕਿ ਅਸੀਂ ਲਾਅ ਮੇਕਰ ਆ, ਕਾਨੂੰਨ ਬਣਾਉਣ ਵਾਲੇ ਆ, ਜਾਂ ਅਸੀਂ ਸਰਕਾਰ ਆ, ਅਸੀਂ ਤੈਅ ਕਰਨਾ ਆ। ਬਿਲਕੁਲ। ਉਹ ਕਿਤੇ ਨਾ ਕਿਤੇ ਚੋਰ ਦੀ ਮਾਂ ਕੋਠੀ 'ਚ ਮੂੰਹ ਵਾਲੀ ਹਾਲਤ ਸਭ ਦੀ ਆ ਇਹਨਾਂ ਦੀ। ਤੇ ਫਿਰ ਉਹ ਇੱਕ ਦੂਜੇ ਨੂੰ ਡਿਫੈਂਡ ਕਰਦੇ ਆ। ਹੁਣ ਜਿਵੇਂ ਲਖੀਮਪੁਰ ਖੇੜੀ ਕਾਂਡ, ਉਹ ਮਿਨਿਸਟਰ ਨੂੰ ਬਚਾਉਂਦੇ ਆ। ਕਈ ਲੋਕ ਕਹਿੰਦੇ ਕਿ ਬੀਜੇਪੀ ਮਿਨਿਸਟਰ ਨੂੰ ਬਚਾ ਰਹੀ ਆ। ਦਾਸ ਕਹਿੰਦਾ ਕਿ ਬੀਜੇਪੀ ਮਿਨਿਸਟਰ ਨੂੰ ਨਹੀਂ ਬਚਾ ਰਹੀ, ਉਹ ਤਾਂ ਆਪਣੇ ਆਪ ਨੂੰ ਬਚਾ ਰਹੇ ਆ। ਹੁਣ ਜੇ ਉਸ ਮਿਨਿਸਟਰ ਨੂੰ ਫਸਾਉਂਦੇ ਆ, ਤੇ 2002 ਦਾ ਗੁਜਰਾਤ ਮੁੱਖ ਮੰਤਰੀ ਸੀ ਮਿਸਟਰ ਨਰਿੰਦਰ ਮੋਦੀ, ਉੱਥੇ ਮੁਸਲਿਮ ਕਤਲੇਆਮ ਹੋਇਆ, ਦੋਸ਼ ਲੱਗਦੇ ਆ। ਅਮਿਤ ਸ਼ਾਹ ਤੇ ਕੇਸ ਚੱਲਦੇ ਸੀ, ਜਸਟਿਸ ਲੋਇਆ ਦਾ ਕਤਲ ਹੋਇਆ ਜਾਂ ਹੋਰ ਅਨੇਕਾਂ ਹੋਏ। ਤੇ ਜੇ ਮਤਲਬ ਆਪਾਂ ਵਿਧਾਨ ਸਭਾ ਲੋਕ ਸਭਾਵਾਂ ਦੇਖੀਏ, ਉੱਥੇ ਕਿੰਨੇ ਕ੍ਰਿਮੀਨਲ ਰੈਕਾਰਡ ਵਾਲੇ ਮਿਨਿਸਟਰਸ ਆ, ਸਾਧਵੀ ਪ੍ਰਤਿਗਿਆ, ਅਨੇਕਾਂ ਤਰ੍ਹਾਂ ਦੇ ਦੋਸ਼ ਆ। ਕਿਸੇ ਤੇ ਰੇਪ ਦੇ ਚਾਰजेस ਆ, ਕਿਸੇ ਤੇ ਕੋਈ ਚਾਰजेस ਆ, ਕਿਸੇ ਤੇ ਕੋਈ ਚਾਰजेस ਆ। ਪਰ ਜੇ ਇਹ ਉਸ ਮਿਨਿਸਟਰ ਨੂੰ ਨਹੀਂ ਬਚਾਉਗੇ, ਫਿਰ ਉਹ ਇਹਨਾਂ ਸਾਰਿਆਂ ਬਾਰੇ ਬੋਲੂਗਾ ਕਿ ਜੇ ਅੱਜ ਮੈਂ ਜਾਣਾ ਤਾਂ ਮੈਂ ਬਾਕੀਆਂ ਨੂੰ ਕਿਉਂ ਛੱਡਾਂ। ਇਸ ਕਰਕੇ ਆਮ ਲੋਕ ਕਹਿੰਦੇ ਆ ਕਿ ਬੀਜੇਪੀ ਸਰਕਾਰ ਉਸ ਮਿਨਿਸਟਰ ਨੂੰ ਬਚਾ ਰਹੀ, ਪਰ ਦਾਸ ਕਹਿੰਦਾ ਕਿ ਉਹਨੂੰ ਨਹੀਂ ਬਚਾ ਰਿਹਾ, ਹਰ ਕੋਈ ਆਪਣੇ ਆਪ ਨੂੰ ਬਚਾ ਰਿਹਾ, ਬਚਾਉਣ ਨੂੰ ਲੱਗੇ ਹੋਏ ਆ। ਠੀਕ ਹੈ। ਬਿਲਕੁਲ ਜੀ। ਸਿਆਸਤ ਜਿਹੜੀ ਹੈ ਗੰਦਲੀ ਹੋ ਚੁੱਕੀ ਹੈ, ਮਤਲਬ ਹੋ ਚੁੱਕੀ ਅੱਜ ਕੱਲ ਦੇ ਵਿੱਚ ਨਹੀਂ ਹੋਈ, ਬੜਾ ਲੰਬਾ ਸਮਾਂ ਹੋ ਗਿਆ ਜਦੋਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਪੰਜਾਬ ਜਾਂ ਫਿਰ ਭਾਰਤ ਦੀ ਸਿਆਸਤ ਦੇ ਵਿੱਚ। ਸੋ ਸੁਹਿਰਦ ਹੋਣ ਦੀ ਲੋੜ ਹੈਗੀ ਆ ਲੋਕਾਂ ਨੂੰ, ਫੇਰ ਹੀ ਆਪਾਂ ਕੋਈ ਚੰਗੇ ਲੀਡਰ ਜਿਹੜੇ ਚੁਣ ਸਕਦੇ ਆ। ਭਾਈ ਸਰਬਜੀਤ ਸਿੰਘ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣਾ ਬਹੁਤ ਮਿਹਰਬਾਨੀ ਜੀ, ਆਪ ਜੀ ਨੇ ਸਮਾਂ ਦਿੱਤਾ। ਥੈਂਕ ਯੂ ਜੀ, ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।